Sat Shri Akal. Today we like to talk about a country which is one of the most beautiful and one of the most warm countries across the world. And today we'll talk about a country called Canada. ਅੱਜ ਅਸੀਂ ਗੱਲ ਕਰਾਂਗੇ ਦੁਨੀਆ ਦਾ ਸਭ ਤੋਂ ਪਿਆਰਾ ਖੂਬਸੂਰਤ ਔਰ ਵਾਰਮ ਕੰਟਰੀ ਕੈਨੇਡਾ ਦੇ ਬਾਰੇ ਔਰ ਕੈਨੇਡਾ ਦਾ ਸਟੱਡੀ ਵੀਜ਼ਾ ਦੇ ਬਾਰੇ ਔਰ ਪੰਜਾਬ ਲਈ ਇੱਕ ਬੜਾ ਫਖਰ ਦੀ ਗੱਲ ਹੈ ਕਿ ਅੱਜ ਪਹਿਲਾਂ ਇਹ ਹੁੰਦਾ ਸੀ ਕਿ ਪੰਜਾਬ ਦੇ ਦਿਲ 'ਚ ਕੈਨੇਡਾ ਵਸਦਾ ਸੀ ਲੇਕਿਨ ਅੱਜ ਮੈਂ 100% ਇਹ ਕਹਿ ਸਕਦਾ ਕਿ ਕੈਨੇਡਾ ਦੇ ਦਿਲ 'ਚ ਵੀ ਪੰਜਾਬ ਵਸਦਾ ਹੈ ਤੇ ਅੱਜ ਅਸੀਂ ਗੱਲ ਕਰਦੇ ਹਾਂ ਕੈਨੇਡਾ ਦੇ ਸਟੱਡੀ ਵੀਜ਼ਾ ਦੀ ਪਾਲਿਸੀਜ਼ ਜਿਹੜੀਆਂ ਨਵੀਆਂ ਆਈਆਂ ਉਹਨਾਂ ਦੇ ਬਾਰੇ ਔਰ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਗੱਲ ਤੁਹਾਨੂੰ ਦੱਸ ਦਿੰਦਾ ਕਿ ਜਿਹੜੀਆਂ ਪਾਲਿਸੀਜ਼ ਜਿਹੜੀਆਂ ਆਈਆਂ ਹੈਗੀਆਂ ਇਹ ਟੈਂਪਰੇਰੀ ਪਾਲਿਸੀਜ਼ ਹੈਗੀਆਂ ਕੁਝ ਦੇਰ ਲਈ ਜਿੰਨੀ ਦੇਰ ਤੱਕ ਇਹ ਜਿਹੜੀ ਸਾਡੇ ਮਹਾਮਾਰੀ ਚੱਲ ਰਹੀ ਹੈ ਜਿਹਨੂੰ ਅਸੀਂ ਕਹਿੰਦੇ ਹਾਂ ਕੋਵਿਡ-19 ਜਿੰਨੀ ਦੇਰ ਤੱਕ ਇਹ ਹੈਗੀ ਹੈ ਸੋ ਜਦੋਂ ਜਿੱਦਾਂ ਇਹ ਅਸਰ ਕਰੇਗੀ ਜਾਂ ਜਿੱਦਾਂ ਇਹ ਇੰਪਰੂਵ ਕਰੇਗੀ ਉਦੋਂ ਸ਼ਾਇਦ ਪਾਲਿਸੀਜ਼ ਹੋਰ ਰਿਲੈਕਸ ਹੋਣ ਜਾਂ ਵਾਪਸ ਤੋਂ ਨਾਰਮਲ ਤੇ ਚਲੀ ਜਾਣ ਸੋ ਲੈਟਸ ਸਟਾਰਟ ਇਹ ਪਾਲਿਸੀ ਹੈ ਕੀ ਔਰ ਬੜੇ ਸਾਰੇ ਮਨ 'ਚ ਹੋਰ ਕੁਐਸਚਨਸ ਆਉਂਦੇ ਹੈ ਜਾਂ ਬੜੇ ਸਾਰੇ ਏਜੰਟਸ ਤੁਸੀਂ ਸੁਣਦੇ ਹੈਗੇ ਆ ਕਿ ਵਿਦਆਊਟ ਆਇਲਸ ਵੀ ਅਲਾਉਡ ਹੋ ਗਿਆ ਹੈਗਾ ਕੀ ਵਿਦਆਊਟ ਆਇਲਸ ਅਲਾਉਡ ਹੋ ਗਿਆ ਹੈਗਾ ਸੋ ਬੜੇ ਸਾਰੇ ਮਨ ਦੇ ਕੁਐਸਚਨਸ ਆ ਰਹੇ ਤਾਂ ਮੈਂ ਅੱਜ ਜਿਹੜੀ ਨਵੀਂ ਪਾਲਿਸੀ ਸਟਾਰਟ ਕੀਤੀ ਹੈ ਗਵਰਨਮੈਂਟ ਆਫ ਕੈਨੇਡਾ ਨੇ ਇਹਨੂੰ AIP ਜਦੋਂ ਕਹਿੰਦੇ ਹੈਗੇ ਅਪਰੂਵਲ ਇਨ ਪ੍ਰਿੰਸੀਪਲ ਜਿਹਨੂੰ what they mean it is divided into two stages ਮਤਲਬ ਇਹ ਦੋ ਸਟੇਜਸ ਦੇ ਵਿੱਚ ਡਿਵਾਈਡਡ ਹੈਗੀ ਸੋ ਤਾਂ ਪਹਿਲੀ ਸਟੇਜ ਨੂੰ ਬੋਲਦੇ ਐਲੀਜੀਬਿਲਿਟੀ ਅਸੈਸਮੈਂਟ ਇਸ ਐਲੀਜੀਬਿਲਿਟੀ ਅਸੈਸਮੈਂਟ ਦੇ ਅੰਦਰ ਵੀ ਦੋ ਕੈਟਾਗਰੀਜ਼ ਹੈ SDS ਕੈਟਾਗਰੀ ਐਂਡ ਨਾਨ SDS ਕੈਟਾਗਰੀ ਇਨ ਦੀ SDS ਕੈਟਾਗਰੀ ਤਾਂ ਪਹਿਲੀ ਜਿਹੜੀ ਰਿਕੁਆਇਰਮੈਂਟ ਹੈ ਉਹ ਹੈ ਤੁਹਾਡੀ ਇੰਗਲਿਸ਼ ਰਿਕੁਆਇਰਮੈਂਟ ਔਰ ਇਹਦੇ ਅੰਦਰ ਅਗਰ ਤੁਸੀਂ SDS ਦੇ ਅੰਦਰ ਜਾ ਰਹੇ ਹੋ ਸੋ ਤੁਹਾਨੂੰ ਆਇਲਸ ਦਾ ਡਾਕੂਮੈਂਟ ਸਬਮਿਟ ਕਰਵਾਉਣਾ ਹੈ और 6 बैंड नहीं चाहिए अगर 6 तो थले है तो तुम साडी टीम नाल गल कर सकते हो और अगर तुम नॉन SDS दे विच जा रहे हो मैं दोबारा रिपीट कर देना अगर नॉन SDS दे विच जा रहे हो तो आइल्स तो अलावा दो होर एग्जाम है जिन्होंने तुम सबमिट करवा सकते हो हैगा TOEFL और PT का तुहानू आंसर शेयर करना जरूरी है उसका एक्सेस देना जरूरी है अगर तुम PT सबमिट करवाया वो नॉन SDS के अंदर आएगा ये दो एग्जामिनेशंस सो ये पहली रिक्वायरमेंट सी ये अंदर बड़े सारे बच्चे सानू पूछ रहे हैं कि डलिंगो एक्सेप्टेबल है नहीं डलिंगो इमीग्रेशन इदां दे कोई भी टेस्ट जिहड़े घर बैठ के लिते जान या ऑनलाइन दिते जान जिहदे उपर कोई भी कंट्रोल नहीं है वो इदां दा कोई भी टेस्ट नू एक्सेप्ट नहीं कर रहा अज दी डेट के अंदर कल नू की होएगा मैं भी नहीं कह सकता सो SDS के अंदर जाना है तो आइल्स ही कला एक्सेप्टेबल है और अगर नॉन SDS के अंदर जाना है तो PT और TOEFL भी एक्सेप्टेबल है दूसरी रिक्वायरमेंट की चाहिए दूसरी रिक्वायरमेंट चाहिए थोड़ी लैटर ऑफ एक्सेप्टेंस फ्रॉम एनी DIL इंस्टीट्यूट जिहड़ा भी उत्थे दा अप्रूव DIL जिहड़ा उन्हां दा लाइसेंस्ड हैगा इंस्टीट्यूट चाहे वो यूनिवर्सिटी है कॉलेज है या प्राइवेट है उत्थों दी लैटर ऑफ एक्सेप्टेंस चाहिए चाहे वो SDS के अंदर आ रहा है चाहे वो नॉन SDS के अंदर थर्ड चीज़ की चाहिए ट्यूशन फी 1 साल की ट्यूशन फी तुहानू पे करनी है अगर तुसी SDS के अंदर जा रहे 1 ईयर ट्यूशन फी पे कर नॉन SDS के अंदर तुहानू 6 मंथ्स की ट्यूशन फी भी तुसी पे करके जा सकते हैं सो मैं तुहानू कंपैरिजन भी कर रहा है कि अगर असी SDS के अंदर जाने सानू की बेनिफिट हो रहे हैं और नॉन SDS के अंदर की सानू बेनिफिट हो रहे हैं चौथी चीज की चाहिए व्हाट इज द फोर्थ रिक्वायरमेंट व्हिच इज बीन वीजा ऑफिसर इज लुकिंग एट बिफोर ही विल गिव यू AIP अप्रूवल इन प्रिंसिपल ਉਹਦੇ ਅੰਦਰ ट्यूशन फी तो बाद है GIC $10,000 ਦੇ ਨੇੜੇ ਤੇੜੇ ਕੈਨੇਡੀਅਨ ਡਾਲਰ ਤੁਹਾਨੂੰ ਨੇੜੇ ਤੇੜੇ ਨਹੀਂ ਐਗਜ਼ੈਕਟ $10,000 ਤੁਹਾਨੂੰ GIC ਸਬਮਿਟ ਕਰਵਾਣੀ ਹੈ ਅਗਰ ਤੁਸੀਂ SDS ਦੇ ਅੰਦਰ ਜਾਂਦੇ ਹੋ ਨॉन SDS ਦੇ ਅੰਦਰ ਕੀ ਕਰਨਾ ਹੈ ਤੁਹਾਨੂੰ ਆਪਣਾ ਇੱਕ ਫੰਡਸ ਦੀ ਪਲੈਨਿੰਗ ਕਰਨੀ ਹੈ ਤੁਸੀਂ ਇੱਥੇ GIC ਨਹੀਂ ਵੀ ਸਬਮਿਟ ਕਰਵਾਉਂਦੇ ਇਟਸ ਓਕੇ ਲੇਕਿਨ ਤੁਹਾਨੂੰ ਫੰਡਸ ਦੀ ਪਲੈਨਿੰਗ ਕਰਾਣੀ ਹੈ ਕਿੰਨੀ ਦੇਰ ਦੀ ਤੁਸੀਂ ਜਾ ਰਹੇ ਹੋ ਉਹਦਾ ਤੁਹਾਨੂੰ ਪੂਰਾ ਫੰਡਸ ਦੀ ਪਲੈਨਿੰਗ ਦਿਖਾਣੀ ਹੈ ਪਲੱਸ ਤੁਹਾਨੂੰ ਸੋਰਸ ਵੀ ਦਿਖਾਣਾ ਹੈ ਪੈਸੇ ਕਿੱਥੋਂ ਦੀ ਆਏ ਅਗਰ ਲਾਰਜ ਡਿਪੋਜ਼ਿਟ ਹੈ ਜਿੱਦਾਂ ਕਿ ਦੂਸਰੇ ਕੰਟਰੀਜ਼ ਦੇ ਵਿੱਚ ਔਰ ਤੁਹਾਡੀਆਂ ਰਿਟਰਨਸ ਔਰ ਤੁਹਾਡੇ ਬੈਂਕਾਂ 'ਚੋਂ ਪੈਸੇ ਪਏ ਹੋਣੇ ਚਾਹੀਦੇ ਉਹਦਾ ਸੋਰਸ ਕੀ ਹੈ ਉਹ ਸਾਰਾ ਕੁਝ ਤੁਹਾਨੂੰ ਦਿਖਾਣਾ ਪੈਣਾ ਪੰਜਵੀਂ ਰਿਕੁਆਇਰਮੈਂਟ ਕੀ ਹੈ ਪੰਜਵੀਂ ਰਿਕੁਆਇਰਮੈਂਟ ਹੈ ਐਜੂਕੇਸ਼ਨ ਡਾਕੂਮੈਂਟਸ ਤੁਹਾਨੂੰ ਆਪਣੀ 10th ਤੋਂ ਲੈ ਕੇ 12th ਜਾਂ ਅਗਰ ਤੁਸੀਂ ਗ੍ਰੈਜੂਏਸ਼ਨ ਦੇ ਬੇਸ ਤੇ ਜਾ ਰਹੇ ਹੋ ਤਾਂ ਆਪਣੀ ਗ੍ਰੈਜੂਏਸ਼ਨ ਦੇ ਸਾਰੀਆਂ ਮਾਰਕਸ਼ੀਟਸ ट्रांसक्रिप्ट्स ਤੁਹਾਨੂੰ ਦੇਣੀ ਹੈ
ਉਹ ਸੇਮ SDS ਔਰ ਨਾਨ SDS ਦੇ ਦੋਨਾਂ ਦੇ ਅੰਦਰ ਚਾਹੀਦੀ ਹੈ। ਤਾਂ ਮਨ 'ਚ ਖੋਰ ਆਉਂਦਾ ਕਿ ਗੈਪ ਈਅਰ ਐਕਸੈਪਟੇਬਲ ਹੈ। ਕੈਨੇਡਾ ਇਹ ਐਕਸੈਪਟ ਕਰਦਾ ਕਿ ਤੁਸੀਂ ਉਹਨਾਂ ਨਾਲ ਸੱਚੀ ਗੱਲ ਕਰ ਰਹੇ ਹੋ, ਇਮਾਨਦਾਰੀ ਨਾਲ ਗੱਲ ਕਰ ਰਹੇ ਹੋ। ਸੋ ਇਹ ਕਹਿੰਦੇ ਕਿ ਅਗਰ ਤੁਸੀਂ ਇਮਾਨਦਾਰੀ ਨਾਲ ਸਾਨੂੰ ਦੱਸੋ ਕਿ ਤੁਸੀਂ ਕੀ ਕੀਤਾ ਗੈਪ ਈਅਰ ਦੇ ਅੰਦਰ, ਅੰਡਰ ਗ੍ਰੈਜੂਏਟਲੀ ਉਹ ਤੁਹਾਨੂੰ 2 to 3 ਇਅਰਸ ਤੱਕ ਦਾ ਗੈਪ ਈਅਰ ਦਾ ਐਕਸੈਪਟੇਬਲ ਦਿੰਦੇ ਹੈ ਕਿ ਅਗਰ ਕੋਈ ਤਿਆਰੀ ਕਰ ਰਿਹਾ ਸੀ ਜਾਂ ਕਿਸੇ ਵਜ੍ਹਾ ਨਾਲ ਉਹਨੇ ਜਾਂ ਕੋਰਸ ਨਹੀਂ ਕਰ ਪਾਇਆ ਆਪਣੀ, ਉਹ ਸਾਨੂੰ ਦੱਸੇ। ਔਰ ਪੋਸਟ ਗ੍ਰੈਜੂਏਸ਼ਨ ਦੇ ਅੰਦਰ ਅਰਾਊਂਡ 4 to 5 ਇਅਰਸ ਦਾ ਗੈਪ ਈਅਰ ਐਕਸੈਪਟੇਬਲ ਹੁੰਦਾ ਹੈ। ਬਟ ਵਿਦ ਦੀ ਐਵੀਡੈਂਸ, ਵਿਦ ਦੀ ਰੀਜ਼ਨਿੰਗ, ਇਸ ਤੋਂ ਇਲਾਵਾ ਅਗਰ ਤੁਸੀਂ ਕਿਊਬਿਕ ਉਹਨਾਂ ਦੀ ਸਟੇਟ ਹੈਗੀ ਹੈ, ਕਿਊਬਿਕ ਅਗਰ ਉੱਥੇ ਤੁਸੀਂ ਵੀਜ਼ਾ ਅਪਲਾਈ ਕਰਦੇ ਹੋ, ਜਿੱਦਾਂ ਕਿ ਕਈਆਂ ਨੂੰ ਪਤਾ ਹੋਵੇਗਾ, ਅਗਰ ਇਫ ਯੂ ਆਰ ਅਪਲਾਈਂਗ ਇਨ ਕਿਊਬਿਕ ਦੇ ਅੰਦਰ, ਬਾਕੀ ਹੋਰ ਕਿਸੇ ਸਟੇਟ ਦੇ ਅੰਦਰ ਨਹੀਂ ਹੈ, ਕਿਊਬਿਕ ਦੇ ਅੰਦਰ CAQ ਚਾਹੀਦਾ ਹੁੰਦਾ ਹੈ, ਉਹਨੂੰ ਤੁਸੀਂ ਪਹਿਲਾਂ ਅਪਲਾਈ ਕਰਦੇ ਹੋ। ਅਗਰ ਤੁਸੀਂ ਸੋਫੀਆ ਦੇ ਥਰੂ ਅਪਲਾਈ ਕਰਦੇ ਹੋ ਤਾਂ ਡੈਫੀਨਿਟਲੀ ਵੀ ਵਿਲ ਲੈਟ ਯੂ ਨੋ ਔਨ ਦੈਟ। ਔਰ ਸੇਮ ਹੀ SDS 'ਚ ਵੀ ਤੁਹਾਨੂੰ CAQ ਚਾਹੀਦਾ ਹੋਏਗਾ, ਔਰ ਨਾਨ SDS ਦੇ ਅੰਦਰ ਵੀ ਤੁਹਾਨੂੰ CAQ ਦਾ ਡਾਕੂਮੈਂਟ ਰਿਕੁਆਇਰਡ ਹੈਗਾ। ਸੋ ਹਾਲੇ ਤੱਕ ਮੈਂ ਤੁਹਾਨੂੰ ਕੀ ਦੱਸਦਾ, ਹਾਲੇ ਤੱਕ ਮੈਂ ਤੁਹਾਨੂੰ ਦੱਸਦਾ IELTS ਦੀ ਰਿਕੁਆਇਰਮੈਂਟ ਹੈਗੀ ਹੈ SDS ਦੇ ਅੰਦਰ, ਨਾਨ SDS ਦੇ ਅੰਦਰ। ਵਿਦਆਊਟ IELTS ਵੀ ਤੁਸੀਂ ਜਾ ਸਕਦੇ ਹੋ PT ਜਾਂ TOEFL ਕਰਕੇ। ਉਸ ਤੋਂ ਬਾਅਦ ਦੂਜੀ ਰਿਕੁਆਇਰਮੈਂਟ ਐਜੂਕੇਸ਼ਨ ਦੀ ਮੈਂ ਤੁਹਾਨੂੰ ਦੱਸੀ। ਐਜੂਕੇਸ਼ਨ ਦੇ ਅੰਦਰ ਕਿੰਨਾ ਗੈਪ ਈਅਰ ਔਰ ਕੀ ਪਰਸੈਂਟੇਜ ਹੈਗੀ। ਮਿਨੀਮਮ ਅਗਰ ਤੁਸੀਂ 60% ਹੈਗਾ ਗੈਪ ਈਅਰ, ਅਗਰ ਹੈਗਾ ਤਾਂ ਐਕਸੈਪਟੇਬਲ ਹੈ, ਲੇਕਿਨ ਉਹਦੇ ਬਾਰੇ ਦੱਸੋ ਕੀ ਹੈਗਾ। ਔਰ ਸੇਮ SDS ਔਰ ਨਾਨ SDS ਦੇ ਅੰਦਰ ਰਿਕੁਆਇਰਮੈਂਟ ਹੈ। ਤੀਸਰੀ ਰਿਕੁਆਇਰਮੈਂਟ ਹੈ ਸਾਨੂੰ GIC ਦੀ। SDS ਦੇ ਅੰਦਰ GIC ਚਾਹੀਦਾ ਹੈ, ਨਾਨ SDS ਦੇ ਅੰਦਰ GIC ਨਹੀਂ ਚਾਹੀਦਾ, ਲੇਕਿਨ ਫੰਡ ਸ਼ੋ ਕਰਨੇ ਪੈਂਦੇ ਹੈ ਕਿ ਔਰ ਜਿੰਨੇ ਦੇਰ ਦੇ ਕੋਰਸ ਲਈ ਤੁਸੀਂ ਜਾ ਰਹੇ ਹੋ ਉਹਨਾਂ ਸਾਰਾ ਤੁਹਾਨੂੰ ਫੰਡ ਸ਼ੋ ਕਰਨਾ ਹੈ। ਔਰ ਚੌਥੀ ਰਿਕੁਆਇਰਮੈਂਟ ਕੀ ਹੈ GIC ਤੋਂ ਬਾਅਦ ਫੀ ਪੇਮੈਂਟ। SDS ਦੇ ਅੰਦਰ ਤੁਹਾਨੂੰ 1 ਈਅਰ ਦੀ ਫੀਸ ਪੇ ਕਰਨੀ ਹੈ ਔਰ ਨਾਨ SDS ਦੇ ਅੰਦਰ ਤੁਹਾਨੂੰ ਸਿਰਫ 6 ਮੰਥ ਦੀ ਫੀਸ ਤੱਕ ਪੇ ਕਰਨੀ ਹੈ। ਬਟ ਬਾਕੀ ਫੀਸ ਬੈਂਕਾਂ ਦੇ ਅੰਦਰ ਦਿਖਾਣੀ ਜ਼ਰੂਰ ਹੈ। ਜਿੰਨੀ ਦੇਰ ਤੱਕ ਕੋਰਸ ਡਿਊਰੇਸ਼ਨ ਹੈ ਉਹ ਤੁਹਾਡੇ ਕੋਲ ਕੀ ਉਹਦਾ ਅਰੇਂਜਮੈਂਟ ਹੈ ਔਰ ਤੁਸੀਂ ਉਹਨੂੰ ਕਿੱਦਾਂ ਪੇ ਕਰੋਗੇ। ਕੈਨੇਡਾ 'ਚ ਕੰਮ ਕਰਕੇ ਨਹੀਂ, ਵਿਦਆਊਟ ਕੰਮ ਕੀਤੇ ਤੁਹਾਡੇ ਕੋਲ ਇੱਥੇ ਫੀਸ ਕਿੱਦਾਂ ਹੈਗੀ। ਔਰ ਇਹ ਸਾਡੀਆਂ 6 ਜਾਂ 7 ਵੱਡੀਆਂ ਰਿਕੁਆਇਰਮੈਂਟ ਆ। ਔਰ ਅਗਰ ਤੁਸੀਂ ਕਿਊਬਿਕ ਦੇ ਵਿੱਚ ਅਪਲਾਈ ਕਰ ਰਹੇ ਹੋ, ਕਿਊਬਿਕ ਦੇ ਅੰਦਰ ਅਪਲਾਈ ਕਰ ਰਹੇ ਹੋ ਤਾਂ ਤੁਹਾਡੇ ਕੋਲ CAQ ਹੋਣਾ ਚਾਹੀਦਾ ਹੈ। ਔਰ ਚਾਹੇ SDS 'ਚ ਜਾ ਰਹੇ ਹੋ ਚਾਹੇ ਨਾਨ SDS ਜਾ ਰਹੇ ਹੋ। ਹੁਣ ਇੱਕ ਬਹੁਤ ਹੀ ਇੰਪੋਰਟੈਂਟ ਚੀਜ਼ ਹੈ ਜਿੱਥੇ ਮੈਨੂੰ ਲੱਗਦਾ ਹੈ ਕਿ ਕੰਸਲਟੈਂਟ ਦੀ ਐਜੂਕੇਸ਼ਨ ਐਕਸਪੀਰੀਅੰਸ ਦਾ ਬਹੁਤ ਵੱਡਾ ਰੋਲ ਪਲੇ ਹੁੰਦਾ, ਜਿੱਥੇ ਤੁਸੀਂ ਜਿਹੜੀ ਚੀਜ਼ ਲਈ ਲੱਭਦੇ ਹੋ ਔਰ ਉਹ ਹੈਗੀ ਕਿ ਸਟੇਟਮੈਂਟ ਆਫ ਪਰਪਸ। ਸਟੇਟਮੈਂਟ ਆਫ ਪਰਪਸ ਦੇ ਅੰਦਰ ਤੁਸੀਂ ਕਿਉਂ ਜਾਣਾ ਚਾਹ ਰਹੇ ਹੋ, ਕਿਉਂ ਪੜ੍ਹਨਾ ਚਾਹ ਰਹੇ ਹੋ, ਕੀ ਤੁਹਾਡੇ ਫਿਊਚਰ ਪਲਾਨਸ ਹੈ, ਔਰ ਤੁਹਾਨੂੰ ਨਵੀਆਂ ਕੰਡੀਸ਼ਨਸ ਦੇ ਬਾਰੇ ਪਤਾ ਹੈ ਨਹੀਂ ਪਤਾ ਹੈ, ਆਨਲਾਈਨ ਤੁਸੀਂ ਪੜ੍ਹਾਈ ਕਰਨ ਨੂੰ ਤਿਆਰ ਹੋ ਜਾਂ ਨਹੀਂ ਤਿਆਰ। ਤਾਂ ਬਹੁਤ ਸਾਰੀ ਗੱਲਾਂ ਨੂੰ ਕਿੱਦਾਂ ਲਿਖਣਾ ਹੈ, ਕਿੱਦਾਂ ਪ੍ਰੈਜ਼ੈਂਟ ਕਰਨਾ ਹੈ, ਇੱਕ ਏਜੰਟ ਤੁਹਾਨੂੰ ਦੱਸਣਾ ਚਾਹੀਦਾ। ਕੀ ਤੁਹਾਡੇ ਉੱਥੇ ਕੋਈ ਰਿਲੇਟਿਵਸ ਹੈ ਨਹੀਂ ਹੈ, ਇਹ ਤੁਹਾਨੂੰ ਸਾਰਾ ਕੁਝ ਦੱਸਣਾ ਜ਼ਰੂਰੀ ਹੈ ਸਟੇਟਮੈਂਟ ਆਫ ਪਰਪਸ ਦੇ ਅੰਦਰ। ਔਰ ਉਹੀ ਸਟੇਟਮੈਂਟ ਆਫ ਪਰਪਸ ਮੀਨਸ ਤੁਸੀਂ ਆਪਣੇ ਆਪ ਨੂੰ ਪ੍ਰੈਜ਼ੈਂਟ ਕਰ ਰਹੇ ਹੋ, ਚਾਹੇ ਉਹ SDS ਦੇ ਵਿੱਚ ਜਾ ਰਹੇ ਹੋ ਔਰ ਚਾਹੇ ਨਾਨ SDS ਦੇ ਜਾ ਰਹੇ ਹੋ। ਇਹ ਸਾਰੀ ਚੀਜ਼ਾਂ ਦੇ ਬੇਸ ਦੇ ਉੱਪਰ ਤੁਹਾਨੂੰ AIP ਅਪਰੂਵਲ ਇਨ ਪ੍ਰਿੰਸੀਪਲ ਮਿਲੇਗਾ। ਔਰ ਅਪਰੂਵਲ ਇਨ ਪ੍ਰਿੰਸੀਪਲ ਦਾ ਫਾਇਦਾ ਕੀ ਹੋਏਗਾ ਕਿ ਅਗਰ ਬਾਈ ਚਾਂਸ ਤੁਸੀਂ ਕੈਨੇਡਾ ਨਹੀਂ ਜਾ ਪਾ ਰਹੇ ਤਾਂ ਤੁਸੀਂ ਆਨਲਾਈਨ ਪੜ੍ਹਾਈ ਕਰ ਸਕਦੇ ਹੋ ਇੰਡੀਆ 'ਚ ਬੈਠ ਕੇ ਆਪਣੇ ਕੈਨੇਡੀਅਨ ਇੰਸਟੀਚਿਊਟ ਨਾਲ, ਔਰ ਉਹ ਤੁਹਾਡੇ ਵਰਕ ਪਰਮਿਟ ਲਈ ਐਕਸੈਪਟੇਬਲ ਹੋ ਜਾਏਗੀ। ਸੋ ਪਹਿਲੀ ਸਟੇਜ ਦਾ ਮਤਲਬ ਇਹ ਹੈ ਕਿ ਤੁਹਾਨੂੰ ਅਪਰੂਵਲ ਇਨ ਪ੍ਰਿੰਸੀਪਲ ਮਿਲ ਗਿਆ। ਔਰ ਇਸ ਦਾ ਮਤਲਬ ਇਹ ਹੈ ਕਿ ਕਈ ਜਣੇ ਮੈਨੂੰ ਕੁਐਸਚਨ ਪੁੱਛਦੇ ਹੈ ਕੀ ਮਤਲਬ ਸਾਡਾ ਵੀਜ਼ਾ 100% ਹੋ ਗਿਆ ਜੀ? ਨਹੀਂ, 100% ਨਹੀਂ ਹੈ, ਹਾਲੇ ਵੀ 10% ਦਾ ਸਕੋਪ ਬਾਕੀ ਹੈ। ਉਹ 10% ਕੀ ਹੈ? ਐਸੇ ਕਿਹੜੀ ਚੀਜ਼ ਰਹਿ ਗਈ ਉਹ 10% ਜਿਹੜੀ ਕਿ ਉਹਨਾਂ ਨੇ ਕਿਹਾ ਕਿ ਸਕੋਪ ਬਾਕੀ ਹੈ? ਦੈਟ ਇਜ਼ ਕਾਲਡ ਸਟੇਜ 2। ਕਿਉਂਕਿ ਕੋਵਿਡ ਦੀ ਵਜ੍ਹਾ ਨਾਲ ਕਈ ਐਸੀਆਂ ਚੀਜ਼ਾਂ ਹੈ ਜਾਂ ਕਈ ਐਸੀ ਫੈਸਿਲਿਟੀਜ਼ ਹੈ ਜਿਹੜੀਆਂ ਹਲੇ ਉਹ ਬੱਚਾ ਨਹੀਂ ਕਰ ਪਾ ਰਿਹਾ। ਜਿੱਦਾਂ ਸਭ ਤੋਂ ਪਹਿਲਾਂ ਮੈਡੀਕਲ, ਉਹਨੂੰ ਮੈਡੀਕਲ ਟੈਸਟ ਕਲੀਅਰ ਕਰਨਾ। ਮੇਰੇ ਐਕਸਪੀਰੀਅੰਸ ਸੋਫੀਆ ਦੇ ਮੈਂ ਹਜ਼ਾरों ਬੱਚੇ ਗਏ हैं, ਅੱਜ ਤੱਕ ਬਹੁਤ ਹੀ ਘੱਟ ਕਿਸੇ ਦਾ ਮੈਡੀਕਲ ਫੇਲ ਹੁੰਦੇ ਹੋਏ ਦੇਖਿਆ। ਸੋ 99% ਜਿੱਦਾਂ ਛੋਟੀ ਛੋਟੀ ਬਿਮਾਰੀਆਂ ਅਗਰ ਤੁਹਾਨੂੰ ਨਾ ਹੋਣ, ਜਿੱਦਾਂ ਜਿਹੜੀਆਂ ਫੈਲਣ ਵਾਲੀਆਂ ਹੁੰਦੀਆਂ, ਚਾਹੇ ਉਹ TB ਹੈ ਜਾਂ AIDS ਹੈ ਜਾਂ ਇੱਦਾਂ ਦੀਆਂ ਚੀਜ਼ਾਂ ਦਾ ਟੈਸਟ ਹੁੰਦਾ, ਉਹ ਤੁਹਾਨੂੰ ਇੱਕ ਆਥੋਰਾਈਜ਼ ਮੈਡੀਕਲ ਜਿਹੜੇ ਉਹਨਾਂ ਦੇ ਲਿਸਟਡ ਹੁੰਦੇ ਆ, ਜਿਹੜੇ ਉਹਨਾਂ ਦੇ ਪੈਨਲਿਸਟ ਹੁੰਦੇ, ਉਹਨਾਂ ਤੋਂ ਜਾ ਕੇ ਕਰਵਾਉਣਾ ਹੁੰਦਾ ਹੈ। ਅਗਰ ਉਹ ਟੈਸਟ 99% ਤੁਹਾਡਾ ਕਲੀਅਰ ਹੀ ਆਣਾ, ਇਸ ਲਈ ਬਹੁਤ ਜ਼ਿਆਦਾ ਚਿੰਤਾ ਕਰਨ ਦੀ ਉਹਦੀ ਜ਼ਰੂਰਤ ਨਹੀਂ। ਲੇਕਿਨ ਉਹ ਇਸ ਲਈ ਕਿਹਾ ਕਿ ਬਾਅਦ 'ਚ ਦਿੱਤਾ ਦੇ ਸਕਦੇ ਹੋ ਤੁਸੀਂ, ਕਿਉਂਕਿ ਹਲੇ ਉਹਦੀ ਫੈਸਿਲਿਟੀ ਸ਼ੁਰੂ ਨਹੀਂ ਹੋ, ਜਾਂ ਅਗਰ ਤੁਹਾਡੀ ਤੁਸੀਂ ਨਹੀਂ ਕਰਵਾ ਪਾ ਰਹੇ, ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਦਾ ਤੁਹਾਡੇ ਕੋਲ ਤੁਸੀਂ ਘਰ ਬੈਠੇ ਵੀ ਅਰੇਂਜ ਕਰ ਸਕਦੇ ਹੋ, ਫੀਸਿਸ, ਐਜੂਕੇਸ਼ਨ,
ਤੁਹਾਡੇ ਰਿਜ਼ਲਟਸ ਆ ਗਏ ਹੋਣਗੇ। ਸੋ ਸਟੇਜ 2 ਦੇ ਅੰਦਰ ਉਹਨਾਂ ਨੇ ਮੈਡੀਕਲ ਰੱਖਤਾ, ਔਰ ਸਟੇਜ 2 ਦੇ ਅੰਦਰ ਉਹਨਾਂ ਨੇ ਦੂਸਰੀ ਗੱਲ ਰੱਖੀ, that is called ਬਾਇਓਮੈਟ੍ਰਿਕਸ। ਬਾਇਓਮੈਟ੍ਰਿਕਸ ਦਾ ਮਤਲਬ ਹੁੰਦਾ ਹੈ ਤੁਹਾਡੇ ਹੱਥਾਂ ਦੇ ਪ੍ਰਿੰਟ ਲਿੱਤੇ ਜਾਣਗੇ ਜਾਂ ਆਈਜ਼ ਦੇ ਪ੍ਰਿੰਟ ਲਿੱਤੇ ਜਾਣਗੇ ਕਿ ਤੁਹਾਡਾ ਉਸ ਤੋਂ ਇਹ ਚੈੱਕ ਕੀਤਾ ਜਾਏਗਾ ਕਿ ਬਈ ਤੁਹਾਡਾ ਕੋਈ ਪਿੱਛੇ ਰਿਕਾਰਡ ਤਾਂ ਨਹੀਂ, ਜਾਂ ਤੁਸੀਂ ਫਾਰਮ 'ਚ ਸਾਰੀ ਇਨਫੋਰਮੇਸ਼ਨ ਜਿਹੜੀ ਦੱਸੀ ਹੈ ਉਹ ਪਿੱਛੋਂ ਕਿਤੇ ਉਹਦੇ ਨਾਲ ਕੋਈ ਕੋਰਲੇਟ ਤਾਂ ਨਹੀਂ ਕਰਦੀ, ਕੋਈ ਪਹਿਲਾਂ ਤਾਂ ਐਪਲੀਕੇਸ਼ਨ ਨਹੀਂ ਪਾਈ, ਝੂਠ ਤਾਂ ਨਹੀਂ ਬੋਲਿਆ, ਕੋਈ ਤੁਹਾਡਾ ਕ੍ਰਿਮੀਨਲ ਰਿਕਾਰਡ ਤਾਂ ਨਹੀਂ। ਕਈ ਏਜੰਟ ਇੱਥੇ ਇਹ ਵੀ ਕਹਿ ਰਹੇ ਕਿ ਪੀਸੀਸੀ ਚਾਹੀਦੀ ਹੈ, ਪੁਲਿਸ ਕਲੀਅਰੈਂਸ। ਪੁਲਿਸ ਕਲੀਅਰੈਂਸ ਉਦੋਂ ਮੰਗੀ ਜਾਂਦੀ ਹੈ ਜਦੋਂ ਇਮੀਗ੍ਰੇਸ਼ਨ ਨੂੰ ਕੋਈ ਜ਼ਰੂਰਤ ਲੱਗੇ, ਉਹ ਐਦਾਂ ਨਹੀਂ ਮੰਗਣਗੇ ਤੋਂ। ਇਸ ਲਈ ਪੀਸੀਸੀ ਦੀ 98% ਰਿਕੁਆਇਰਮੈਂਟ ਨਹੀਂ ਹੋਏਗੀ, ਲੇਕਿਨ ਮੰਗ ਸਕਦੇ ਹੈ, ਲੇਕਿਨ 98% ਰਿਕੁਆਇਰਮੈਂਟ ਨਹੀਂ ਹੈ। ਇਹ ਵੀ ਮੈਂ ਨਾਲ ਕਹਿ ਰਿਹਾ। ਕੇਸ ਟੂ ਕੇਸ, ਬਹੁਤ ਹੀ ਡਿਫਰੈਂਟ ਕੇਸ, ਜਦੋਂ ਕੋਈ ਨਾਮ ਮਿਲ ਜਾਏ, ਉਹਨਾਂ ਨੂੰ ਲੱਗੇ ਬੜਾ ਸੈਂਸਿਟਿਵ ਹੈ ਕਿ ਸਾਡੇ ਡੇਟਾ ਦੇ ਅੰਦਰ ਉਹਨਾਂ ਕੋਲ ਡੇਟਾ ਹੁੰਦਾ ਸੈਂਸਿਟਿਵ ਕਈ ਕੇਸਾਂ ਦਾ, ਉਦੋਂ ਮੰਗ ਸਕਦੇ ਆ। ਸੋ 3 ਬੇਸਿਕ ਰਿਕੁਆਇਰਮੈਂਟਸ ਹੋਣਗੀਆਂ ਜਦੋਂ ਤੁਹਾਨੂੰ ਐਡਮਿਨਿਸਟ੍ਰੇਬਿਲਿਟੀ ਸਟੇਜ 2 ਦਾ ਜਿਹਦੇ ਅੰਦਰ ਹੈ ਮੈਡੀਕਲ, ਬਾਇਓਮੈਟ੍ਰਿਕਸ, ਇਹ ਜਦੋਂ ਤੁਸੀਂ ਸਬਮਿਟ ਕਰਾਓਗੇ, ਔਰ ਵੈਕਸ ਕਿਉਂਕਿ ਹਲੇ ਖੁੱਲਿਆ ਨਹੀਂ ਹੈ, ਜਦੋਂ ਹੀ ਖੁੱਲ ਜਾਏਗਾ ਤੁਹਾਡੇ ਪਾਸਪੋਰਟ ਸਟੈਂਪ ਹੋ ਕੇ ਆ ਜਾਣਗੇ ਜਦੋਂ ਸਿਚੁਏਸ਼ਨ ਸਹੀ ਹੋਵੇ। ਲੇਕਿਨ ਇਹਦੇ ਨਾਲ ਨਾਲ ਤੁਸੀਂ ਹਲੇ ਵੀ ਫਲਾਈ ਨਹੀਂ ਕਰ ਸਕਦੇ। ਫਲਾਈ ਕਰਨ ਤੋਂ ਪਹਿਲਾਂ ਤੁਹਾਨੂੰ ਉੱਥੇ ਆਪਣਾ ਪਲਾਨ ਆਫ ਕੁਆਰੰਟਾਈਨ ਦੇਣਾ ਪਏਗਾ, ਔਰ ਇਹ ਬਹੁਤ ਇੰਪੋਰਟੈਂਟ ਇੰਸਟਰਕਸ਼ਨ ਹੈ। ਅਗਰ ਤੁਸੀਂ 에ਅਰਲਾਈਨਸ ਨੂੰ ਔਰ ਗਵਰਨਮੈਂਟ ਨੂੰ ਆਪਣਾ ਪਲਾਨ ਆਫ ਕੁਆਰੰਟਾਈਨ ਨਹੀਂ ਤਿਆਰ ਕੀਤਾ ਔਰ ਤੁਸੀਂ ਫਲਾਈ ਕਰ ਗਏ, ਤੁਹਾਡੇ ਕੋਲ ਕੋਈ ਕੁਆਰੰਟਾਈਨ ਦਾ ਪਲਾਨ ਨਹੀਂ ਹੈ ਕਿ ਤੁਸੀਂ ਉੱਥੇ ਜਾ ਕੇ ਇਕੱਲੇ ਕਿੱਦਾਂ ਰਹੋਗੇ। ਕੁਆਰੰਟਾਈਨ ਦਾ ਮਤਲਬ ਹੈ 14 ਦਿਨ ਤੁਹਾਨੂੰ ਆਪਣੇ ਆਪ ਨੂੰ ਆਈਸੋਲੇਟ ਹੋ ਕੇ ਰੱਖਣਾ ਹੈ, ਸੁਸਾਇਟੀ 'ਚ ਮਿਲਣਾ ਨਹੀਂ ਹੈ, ਜਿਹਦੇ ਅੰਦਰ ਤੁਹਾਡੇ ਕੋਲ ਟਾਇਲਟ ਅਲੱਗ ਹੋਣਾ ਚਾਹੀਦਾ ਹੈ, ਤੁਹਾਡੇ ਕੋਲ ਖਾਣਾ ਪੀਣਾ ਆਣਾ ਚਾਹੀਦਾ ਹੈ, ਵਿਦਆਊਟ ਇਨ ਟੱਚ ਵਿਦ ਅਦਰ। ਇਹ ਨਹੀਂ ਕਿ ਤੁਸੀਂ ਆਪਣੇ ਫਰੈਂਡਸ ਨਾਲ ਜਾ ਕੇ ਰਹਿ ਲਓਗੇ। ਉਹਦੇ ਤੇ ਬਹੁਤ ਹੀ ਸਖਤ ਜੁਰਮਾਨਾ ਵੀ ਹੈਗਾ, ਆਲਮੋਸਟ $7 ਲੱਖ+। ਐਗਜ਼ੈਕਟਲੀ ਤੁਸੀਂ ਸਾਡੇ ਤੋਂ ਆ ਕੇ ਪੁੱਛ ਸਕਦੇ ਹੋ, ਔਰ ਸਜ਼ਾ ਵੀ ਹੈਗੀ, ਔਰ ਤੁਹਾਡਾ ਵੀਜ਼ਾ ਵੀ ਕੈਂਸਲ ਕੀਤਾ ਜਾ ਸਕਦਾ। ਸੋ ਪਲਾਨਸ ਕਿੱਦਾਂ ਹੈ, ਸੋਫੀਆ ਕਿੱਦਾਂ ਹੈਲਪ ਕਰੇਗਾ, ਬਹੁਤ ਸਾਰੇ ਅਸੀਂ ਬੱਚਿਆਂ ਨੂੰ ਇਹਨਾਂ ਦੇ ਉੱਪਰ ਕੀਤਾ, ਔਰ ਕਾਲਜਸ ਕਿੱਦਾਂ ਹੈਲਪ ਕਰਨਗੇ। ਹੁਣ ਬੜੇ ਸਾਰੇ ਬੱਚੇ ਸਾਨੂੰ ਇਹ ਵੀ ਕੁਐਸਚਨ, ਕਈ ਉਹਨਾਂ ਦੇ ਮਨ 'ਚ ਹੋਰ ਵੀ ਕੁਐਸਚਨਸ ਆ ਜਾਂਦੇ ਹੈਗੇ ਹੈ ਕਿ FAQs ਜਿੱਦਾਂ ਅਸੀਂ ਕਹਿੰਦੇ ਆ ਕਿ ਅਗਰ ਅਸੀਂ AIP ਪਹਿਲੀ ਸਟੇਜ ਮਿਲ ਗਈ ਔਰ ਉਸ ਤੋਂ ਬਾਅਦ ਅਸੀਂ ਕੋਰਸ ਆਨਲਾਈਨ ਸਟਾਰਟ ਕਰਤਾ, ਕਿ ਸਾਨੂੰ ਅਗਰ ਅੱਗੇ ਰਿਫਿਊਜ਼ ਹੋ ਗਿਆ ਵੀਜ਼ਾ ਬਾਈ ਚਾਂਸ, ਉਹ 2 ਚੀਜ਼ਾਂ ਦੀ ਵਜ੍ਹਾ ਨਾਲ, ਕਿ ਸਾਡਾ ਪੈਸੇ ਚਲੇ ਗਏ, ਸਾਨੂੰ ਪੈਸੇ ਰਿਫੰਡ ਨਹੀਂ ਹੋਣਗੇ ਅਗਰ ਸਾਡੇ ਚਲੇ ਗਏ। ਦੇਖੋ ਟੈਕਨੀਕਲੀ ਸਪੀਕਿੰਗ ਇਹ ਐਮਬੈਸੀ ਦਾ ਰੋਲ ਪਲੇ ਨਹੀਂ ਹੈ, ਫੀਸ ਲੈਣਾ, ਫੀਸ ਦੇਣਾ। ਐਮਬੈਸੀ ਦਾ ਰੋਲ ਪਲੇ ਸੀ ਤੁਹਾਨੂੰ ਐਜ਼ ਅ ਸਟੂਡੈਂਟ ਐਡਮਿਟ ਕਰਨਾ, ਇਹ ਰੋਲ ਪਲੇ ਹੈਗਾ ਕਾਲਜ ਦਾ। ਬੜੇ ਸਾਰੇ ਕਾਲਜਸ ਇਸ ਨਜ਼ਰੀਏ ਨੂੰ ਬੜਾ ਪੋਜ਼ਿਟਿਵ ਦੇਖ ਰਹੇ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਤੁਸੀਂ ਕੋਈ ਕ੍ਰਿਮੀਨਲ ਨਹੀਂ ਹੈਗੇ, ਐਂਡ ਮੋਰ ਓਵਰ ਤੁਹਾਡੀ ਜਿਹੜਾ ਮੈਡੀਕਲ ਹੈ ਉਹ ਵੀ ਠੀਕ ਆਇਆ। ਸੋ 98% ਮੈਂ ਤੁਹਾਨੂੰ ਦੱਸਾਂ ਤੁਹਾਡਾ ਵੀਜ਼ਾ ਆਇਆ ਹੋਇਆ, 2% ਦੀ ਗੱਲ ਹੈ, ਲੇਕਿਨ ਆਪਾਂ ਨੂੰ 90 ਔਰ 10% ਲਗਾ ਕੇ ਚੱਲ ਰਹੇ ਹਾਂ। ਸੋ ਸਿਰਫ ਇਹ 2% ਬੱਚਿਆਂ ਨੂੰ ਡਰਨ ਦੀ ਜ਼ਰੂਰਤ ਹੈਗੀ, ਔਰ ਉਹ ਵੀ ਬੱਚਿਆਂ ਨੂੰ ਪਤਾ ਹੁੰਦਾ ਕਿ ਸਾਨੂੰ ਐਸੀ ਕੋਈ ਬਿਮਾਰੀ ਹੈਗੀ ਹੈ ਜਾਂ ਅਸੀਂ ਕੋਈ ਐਸਾ ਪਹਿਲਾਂ ਕ੍ਰਿਮੀਨਲ ਚੀਜ਼ ਹੈ, ਉਹਨਾਂ ਨੂੰ ਡਰਨ ਦੀ ਜ਼ਰੂਰਤ ਹੈ। 99% ਮੈਂ ਬੱਚਿਆਂ ਨੂੰ ਕਹਿ ਸਕਦਾ ਕਿ ਉਹਨਾਂ ਨੂੰ ਡਰਨ ਦੀ ਜ਼ਰੂਰਤ ਨਹੀਂ ਅਗਰ ਉਹਨਾਂ ਨੂੰ AIP ਮਿਲ ਗਿਆ ਅਬਾਊਟ ਦ ਫੀਸ ਰਿਫੰਡ। ਇੱਕ ਕੁਐਸਚਨ ਬੱਚੇ ਹੋਰ ਪੁੱਛਦੇ ਹੈ ਕਿ ਅਗਰ ਅਸੀਂ ਫੇਲ ਹੋ ਗਏ ਤਾਂ ਕੀ ਸਾਡਾ ਇੰਪੈਕਟ ਆਏਗਾ ਵੀਜ਼ਾ ਦਾ? ਮੀਨਸ ਅਸੀਂ ਆਨਲਾਈਨ ਪੜ੍ਹ ਰਹੇ ਹਾਂ ਔਰ ਅਸੀਂ ਫੇਲ ਹੋ ਗਏ। ਮੇਰੀ ਜਿੰਨੀ ਕਾਲਜਸ ਨਾਲ ਗੱਲ ਹੋਈ ਹੈ, ਦਿਸ ਇਜ਼ ਮਾਈ ਐਕਸਪੀਰੀਅੰਸ, ਆਈ ਐਮ ਟਾਕਿੰਗ ਔਨ ਮਾਈ ਬਿਹਾਫ। ਮੇਰੀ ਕਾਲਜਸ ਨਾਲ ਗੱਲ ਹੋਈ ਹੈ, ਫੇਲ ਹੋਣਾ ਕੋਈ ਗੁਨਾਹ ਨਹੀਂ ਹੈ, ਫੇਲ ਹੋਣਾ ਕੋਈ ਗੁਨਾਹ ਨਹੀਂ ਹੈ। ਫੇਲ ਹੋਣ ਦੇ ਨਾਲ ਇਹ ਨਹੀਂ ਦਿਖ ਰਿਹਾ ਤੁਸੀਂ ਕਿ ਨਹੀਂ ਪੜ੍ਹਨਾ ਚਾਹ ਰਹੇ ਸੀ, ਇਹ ਨਹੀਂ, ਤੁਸੀਂ ਉਹਦੇ ਅੰਦਰ ਇਮੀਗ੍ਰੇਸ਼ਨ ਹੀ ਦੇਖਣਾ ਚਾਹ ਰਹੀ ਕਿ ਕੀ ਤੁਸੀਂ ਕਲਾਸਿਸ ਆਨਲਾਈਨ ਲਗਾਈ, ਤੁਹਾਡੀ ਅਟੈਂਡੈਂਸ ਕਿੰਨੀ ਸੀ, ਬਸ ਇੰਨੀ ਗੱਲ ਨੂੰ ਦੇਖੀ। ਫੇਲ ਹੋਣ ਦੇ ਨਾਲ ਤੁਹਾਡਾ ਵੀਜ਼ਾ ਇੰਪੈਕਟ ਆ ਜਾਏ ਅੱਗੇ, ਐਦਾਂ ਨਹੀਂ ਹੋ ਸਕਦਾ। ਹਾਂ, ਇਹ ਹੋ ਸਕਦਾ ਅਗਰ ਤੁਸੀਂ ਪਹਿਲਾਂ ਕਈ ਆਨਲਾਈਨ ਕੋਰਸਿਸ ਲਗਾਏ ਹੋਏ ਹੈ ਕਦੀ, ਉਹ ਇੰਪੈਕਟ ਅੱਛਾ ਪੋਜ਼ਿਟਿਵ ਦੇਗਾ, ਮੈਨੂੰ ਤਾਂ ਐਦਾਂ, ਇਹ ਮੇਰੀ ਸੋਚ ਹੈ। ਸਗੋਂ ਇਮੀਗ੍ਰੇਸ਼ਨ ਦੇਖੇਗਾ ਕਿ ਤੁਸੀਂ ਸੱਚੀ ਚ ਇੰਟਰਸਟਿਡ ਸੀ ਪੜ੍ਹਨ ਨੂੰ। ਅਗਰ ਜਾਂ ਤੁਸੀਂ ਵੀਜ਼ਾ ਤੋਂ ਪਹਿਲਾਂ ਵੀ ਕੋਈ ਲਗਾਏ ਹੋਏ ਆ, ਉਹਦਾ ਵੀ ਇੰਪੈਕਟ ਆਏਗਾ ਵੀਜ਼ਾ ਦੇ ਉੱਪਰ ਪੋਜ਼ਿਟਿਵ, ਔਰ ਅਗਰ ਤੁਸੀਂ ਇੱਕ ਕੋਰਸ ਲਗਾਓਗੇ ਇਹਦਾ ਵੀ ਪੋਜ਼ਿਟਿਵ ਆਏਗਾ ਕਿ ਤੁਸੀਂ ਕਿੰਨੇ ਸੀਰੀਅਸ ਹੈਗੇ ਹੋ ਡੈਫੀਨੇਟਲੀ। ਸੋ ਰਿਫੰਡ ਦੇ ਬਾਰੇ ਮੈਂ ਦੱਸਿਆ, ਕਾਲਜ ਟੂ ਕਾਲਜ ਹੈ, ਕਾਫੀ ਕਾਲਜਸ ਕਹਿ ਰਹੇ ਅਸੀਂ 100% ਰਿਫੰਡ ਕਰ ਦਾਂਗੇ, ਕਈ ਕਾਲਜਸ ਕਹਿ ਰਹੇ ਕਿ ਇਹਦੇ ਉੱਪਰ ਹਲੇ ਉਹਨਾਂ ਨੇ ਸੋਚਿਆ ਨਹੀਂ ਹੈਗਾ। ਸੋ ਮੈਂ ਤਾਂ ਸਮਝਦਾ ਕਿ ਇੰਨਾ ਆਪਾਂ ਇਹਦੇ ਉੱਪਰ ਲੈ ਕੇ ਕਨਫਿਊਜ਼ਨ ਨਹੀਂ ਕਰੀ। ਖੂਬਸੂਰਤ ਮੌਕਾ ਇਹ ਹੈ, ਸਰਕਾਰ, ਕੈਨੇਡਾ ਸਰਕਾਰ ਨੇ, ਮੈਂ ਤੁਹਾਨੂੰ ਦੱਸਿਆ ਨਾ, ਜਿੱਦਾਂ ਉਹਨਾਂ ਦੇ ਦਿਲ 'ਚ ਵੀ ਪੰਜਾਬੀ ਵੱਸਦੇ ਆ, ਪਰ ਪੰਜਾਬ ਸਭ ਤੋਂ ਜ਼ਿਆਦਾ ਆਪਣਾ
ਉੱਥੇ ਕੈਨੇਡਾ 'ਚ ਜਾਂਦਾ ਹੈ। ਹੁਣ ਇਕੱਲੇ ਪੰਜਾਬੀਆਂ ਦੇ ਦਿਲ 'ਚ ਕੈਨੇਡਾ ਨਹੀਂ ਵੱਸਦਾ, ਕੈਨੇਡੀਅਨਸ ਦੇ ਦਿਲ 'ਚ ਵੀ ਪੰਜਾਬੀ ਵੱਸਦਾ ਹੈਗਾ। ਸੋ ਹੁਣ ਉਹ ਲੋਕ ਇਹ ਸਮਝਦੇ ਹੈ ਕਿ ਇੱਥੇ ਦੇ ਜਿਹੜੇ ਲੋਕ ਹੈ ਬਹੁਤ ਹਾਰਡ ਵਰਕਿੰਗ ਹੈ ਔਰ ਇੱਕ ਮਿਡਲ ਕਲਾਸ ਲੋਕ ਹੈ, ਇਹਨਾਂ ਦੀ ਪੇਨ ਨੂੰ ਬਹੁਤ ਅੱਛੀ ਤਰ੍ਹਾਂ ਸਮਝਦੇ ਹੈ ਔਰ ਪਾਲਿਸੀਜ਼ ਨੂੰ ਬਹੁਤ ਹੀ ਸੈਂਸਿਟਿਵ ਬਣਾਉਂਦੇ, ਹਿਊਮਨ ਟੱਚ ਬਣਾਉਂਦੇ। ਔਰ ਮੈਂ ਇਹ ਵਾਲੀ ਗੱਲ ਦੱਸਦੀ, ਉਸ ਤੋਂ ਬਾਅਦ ਪੋਸਟ ਗ੍ਰੈਜੂਏਸ਼ਨ ਡਿਪਲੋਮਾ ਦੇ ਉੱਪਰ ਵੀ ਮੈਨੂੰ ਕਾਫੀ ਸਾਰੇ ਬੱਚਿਆਂ ਨੇ ਪੁੱਛਿਆ ਕਿ ਕਿੰਨਾ ਕੋਰਸ ਅਸੀਂ ਕਰ ਸਕਦੇ ਹਾਂ। ਅਗਰ ਲੈਟਸ ਸੇ ਅਸੀਂ 2 ਸਾਲ ਦਾ ਕੋਰਸ ਕਰ ਰਹੇ ਹਾਂ, ਤੁਸੀਂ 1 ਈਅਰ ਤੱਕ ਇੱਥੇ ਕੋਰਸ ਨੂੰ ਕੰਪਲੀਟ ਕਰ ਸਕਦੇ ਹੈਗੇ ਹੋ, ਜੋ ਸਰਕਾਰ ਦਾ ਹਲੇ ਨੋਰਮ ਹੈ। ਜਿੰਨਾ ਮੈਂ ਪੜ੍ਹਿਆ, ਜਿੰਨੀ ਕੁ ਮੇਰੀ ਨੌਲੇਜ ਹੈ, 50% ਤੁਸੀਂ ਕੋਰਸ ਨੂੰ ਹਿੰਦੁਸਤਾਨ ਦੇ ਵਿੱਚ ਬੈਠ ਕੇ ਕਰ ਸਕਦੇ ਹੋ। ਔਰ ਮੈਂ ਇਹ ਰਿਕੁਐਸਟ ਕਰਾਂਗਾ ਕਿ ਤੁਹਾਨੂੰ ਪਤਾ ਹੈ ਕਿ ਬਹੁਤ ਸਾਰੇ ਸਾਡੇ ਕੋਲ ਐਪਲੀਕੇਸ਼ਨਸ ਆ ਰਹੀਆਂ ਹੈਗੀਆਂ ਐਂਡ ਸਟੂਡੈਂਟਸ ਆਰ ਸਟਾਰਟ ਅਪਲਾਈਂਗ देयर ਕੋਰਸਸ। ਇੱਕ ਬੱਚੇ ਨੇ ਮੈਨੂੰ ਹੋਰ ਵੀ ਕੁਐਸਚਨ ਪੁੱਛਿਆ ਕਿ ਸਾਡਾ ਆਇਲਸ ਮੈਂ ਨਹੀਂ ਦੇ ਪਾ ਰਿਹਾ, ਮੇਰੇ ਏਰੀਆ ਦੇ ਅੰਦਰ ਆਇਲਸ ਨਹੀਂ ਹੈ, ਕੀ ਮੈਂ ਐਡਮਿਸ਼ਨ ਲੈ ਸਕਦਾ? ਹਾਂਜੀ, ਤੁਸੀਂ ਐਡਮਿਸ਼ਨ ਲੈ ਸਕਦੇ ਹੋ। ਤੁਹਾਡੇ ਕੋਲ ਅਗਰ +2 ਦਾ ਸਰਟੀਫਿਕੇਟ ਹੈ, ਪਾਸਪੋਰਟ ਦਾ ਸਰਟੀਫਿਕੇਟ ਹੈ, ਅੱਛੀ ਐਸਓਪੀ ਲੈ ਸਕਦੇ ਹੋ, ਤੁਸੀਂ ਐਡਮਿਸ਼ਨ ਪਾ ਸਕਦੇ ਹੋ, ਲੈ ਸਕਦੇ ਹੈਗੇ, ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈਗੀ। ਫਿਰ ਵੀ ਬੱਚਿਆਂ ਦੇ ਮਨ 'ਚ ਇੱਕ ਹੋਰ ਕੁਐਸਚਨ ਕਈ ਜਣੇ ਆਉਂਦੇ ਕਿ ਡਲਿੰਗੋ, ਦੁਬਾਰਾ ਬੱਚੇ ਲਿਖ ਦਿੰਦੇ ਡਲਿੰਗੋ ਐਕਸੈਪਟੇਬਲ ਨਹੀਂ ਹੈਗਾ। ਆਨਲਾਈਨ ਦਾ ਕੋਈ ਵੀ ਐਸਾ ਟੈਸਟ ਜਿਹੜਾ ਤੁਸੀਂ ਘਰ ਬੈਠ ਕੇ ਕਰੋਗੇ, ਜਿਹਦੇ ਉੱਪਰ ਕੋਈ ਵੀ ਸੁਪਰਵਿਜ਼ਨ ਨਹੀਂ ਹੈ, ਉਹ ਕੋਈ ਵੀ ਟੈਸਟ ਐਕਸੈਪਟੇਬਲ ਨਹੀਂ ਹੁੰਦੇ ਇਮੀਗ੍ਰੇਸ਼ਨ ਦੇ ਅੰਦਰ। ਕਾਲਜਿਸ ਦੀ ਆਪਣੀ ਆਪਣੀ ਚੋਇਸ ਹੈ। ਕਈ ਜਣੇ ਬੱਚੇ ਕਹਿੰਦੇ ਕਿ ਕਾਲਜਿਸ ਤੇ ਇਹ ਐਕਸੈਪਟ ਕਰ ਰਹੇ हैं, ਕਾਲਜਿਸ ਕਰ ਸਕਦੇ, ਉਹਨਾਂ ਦਾ ਉਹ ਇੰਡੀਪੈਂਡੈਂਟ ਬੋਡੀਜ਼ ਹੈ। ਇੱਕ ਮੇਰੇ ਕੋਲ ਹੋਰ ਵੀ ਬੜਾ ਕੁਐਸਚਨ ਆ ਰਿਹਾ ਕਿ ਆਇਲਸ ਤੋਂ ਵਿਦਆਊਟ ਆਇਲਸ ਤੋਂ ਵੀ ਅਸੀਂ ਕੈਨੇਡਾ ਜਾ ਸਕਦੇ ਹਾਂ, ਕਿ ਅਗਰ ਸਾਨੂੰ ਕੋਈ ਯੂਨੀਵਰਸਿਟੀ ਦੇ ਦੇ ਜਾਂ ESL ਲਗਾ ਦੇ। ESL ਦੇਖੋ, ਗਵਰਨਮੈਂਟ ਆਫ ਕੈਨੇਡਾ ਦੀ ਜਦੋਂ ਅਸੀਂ ਟ੍ਰੇਨਿੰਗਸ ਲਗਾਈਆਂ ਜਾਂ ਜਿੰਨੀ ਸਾਡੀ ਸਮਝ ਹੈ, ਉਹਨਾਂ ਨੂੰ ਇਦਾਂ ਲੱਗਦਾ ਕਿ ਹਿੰਦੁਸਤਾਨ ਦੇ ਅੰਦਰ, ਇੰਡੀਆ ਦੇ ਅੰਦਰ ਬਹੁਤ ਸਾਰੀ ਇੰਗਲਿਸ਼ ਫੈਸਿਲਿਟੀਜ਼ ਹੈ। ਦੇयर ਆਰ ਲੋਟ ਆਫ ਇੰਗਲਿਸ਼ ਫੈਸਿਲਿਟੀਜ਼ ਅਵੇਲੇਬਲ ਇਨ ਇੰਡੀਆ ਟੂ ਲਰਨ ਇੰਗਲਿਸ਼ ਐਂਡ ਲੋਟ ਆਫ ਇੰਡੀਅਨਸ ਐਜ਼ मी स्पीक इंग्लिश ऑल्सो वेल। सो बड़े सारे, मैं नहीं कह रहा मैं बहुत अच्छी बोलना, लेकिन बहुत अच्छे लोग, मेरे तो भी अच्छे बोलने वाले लोग बैठे हुए हैं और बच्चे भी आजकल साथ बैंड बहुत ही आराम ਨਾਲ ਲੈ ਲੈਂਦੇ। ਇਸੇ ਆਹੀ ਕਾਰਨ ਹੈ ਅੱਜ ਅਸੀਂ ਸਭ ਤੋਂ ਜ਼ਿਆਦਾ ਜਿਹੜੇ ਸਾਡੇ ਇੰਡੀਅਨਸ ਹੈ, ਦੇ ਆਰ ਟਰੈਵਲਿੰਗ ਟੂ ਕੈਨੇਡਾ ਬਿਕੋਜ਼ ਵੀ ਕੁਆਲੀਫਾਈ ਇੰਗਲਿਸ਼ ਟੈਸਟ ਵੈਰੀ ਫਾਸਟ। ਸੋ ਉਹ ਇਸ ਦੇ ਉੱਪਰ ਕੋਈ ਵੀ ਰਿਲੈਕਸੇਸ਼ਨ ਨਹੀਂ ਦੇਣ ਵਾਲੇ। ESL ਦੇ ਉੱਪਰ ਅਗਰ ਤੁਹਾਡੇ ਕੋਲ ਕੋਈ ਤੁਹਾਨੂੰ ਯੂਨੀਵਰਸਿਟੀ ਲੈਟਰ ਦੇ ਦਿੰਦੀ ਹੈ, ਸੋ ਇਹ ਬੜਾ ਰਿਸਕੀ ਹੋ ਜਾਏਗਾ ਤੁਹਾਡਾ ਵੀਜ਼ਾ ਰਿਸਕ ਤੇ ਆ ਸਕਦਾ ਹੈਗਾ ਵਿਦਆਊਟ ਆਇਲਸ। ਅਗਰ ਤੁਸੀਂ +2 ਤੋਂ ਬਾਅਦ ਅਪਲਾਈ ਕਰਦੇ ਹੈਗੇ ਹੋ ਔਰ ਬੈਚਲਰਸ ਕਰਨਾ ਜਾਂ ਮਾਸਟਰਸ ਕਰਨਾ ਜਾ ਰਹੇ ਹੋ, ਸੋ ਦੈਟ ਇਜ਼ ਵੈਰੀ ਰਿਸਕੀ ਔਨ ਦੈਟ। ਸੋ ਮੈਂ ਤੁਹਾਨੂੰ ਉਹਦਾ ਰਿਸਕ ਦੇ ਉੱਪਰ ਨਹੀਂ ਗੱਲ ਕਰਾਂਗਾ। ਹੋਰ ਜਿਹੜਾ ਸਾਡੇ ਕੋਲ ਕੁਐਸਚਨ ਕਈ ਬੱਚੇ ਸਾਨੂੰ ਲਿਖ ਕੇ ਭੇਜ ਰਹੇ ਸੀ ਕਿ ਅਗਰ ਮੇਰੇ ਕਈ ਬੱਚਿਆਂ ਦੇ ਵੀ ਜਿਹੜੇ ਸਾਡੇ ਵੀ ਵੀਜ਼ੇ ਲੱਗੇ ਹੋਏ ਹੈ, ਅਗਰ ਇਫ ਸਾਡਾ ਆਇਲਸ ਐਕਸਪਾਇਰ ਹੋ ਰਿਹਾ ਹੈਗਾ, ਸਾਡੇ ਕੋਲ ਹਲੇ 4 ਮੰਥਸ ਪਏ ਹੈ, 6 ਮੰਥਸ ਪਏ ਹੈ, ਮੈਂ ਉਹਨਾਂ ਨੂੰ ਇਹ ਸੁਜੈਸ਼ਨ ਦਵਾਂਗਾ ਕਿ ਉਹ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ। ਦੇ ਕੈਨ ਰੀਅਲੀ ਅਪਲਾਈ ਦੇਅਰ ਵੀਜ਼ਾ, ਕਿਉਂਕਿ 6 ਮੰਥਸ ਪਏ ਹੈ, ਉਹਦਾ ਮਤਲਬ ਇਹ ਨਹੀਂ ਹੈ ਕਿ ਤੁਹਾਡੇ ਕੋਲ ਇੰਗਲਿਸ਼ ਦਾ ਜਸਟੀਫਿਕੇਸ਼ਨ ਹੈਗੀ। 3 ਮੰਥਸ ਟੂ 6 ਮੰਥਸ ਅਗਰ ਹੈਗੇ, ਤੁਸੀਂ ਆਪਣਾ ਵੀਜ਼ਾ ਅਪਲਾਈ ਕਰ ਸਕਦੇ ਹੈਗੇ ਹੋ। ਅਗਰ ਵੀਜ਼ਾ ਆਫਿਸਰ ਨੂੰ ਲੱਗੇਗਾ, ਮੇਰੇ ਐਕਸਪੀਰੀਅੰਸ ਨਾਲ ਮੇਰੇ ਬੜੇ ਸਾਰੇ ਵੀਜ਼ਾਸ ਔਨ ਦਾ ਟਾਈਮ ਵੀ ਆ ਗਏ ਜਦੋਂ ਕਿ ਸਿਰਫ 2 ਹਫ਼ਤੇ ਰਹਿ ਗਏ ਸੀ ਔਰ ਉਹਨਾਂ ਨੇ ਕੀ ਕਹਿੰਦੇ ਉਹਨਾਂ ਨੂੰ ਅਪਰੂਵਲ ਦੇਤਾ ਵੀਜ਼ਾ ਦਾ। ਸਿਰਫ 2 ਹਫ਼ਤੇ ਹੀ ਪਏ ਸੀ ਵੀਜ਼ਾ ਆਇਲਸ ਐਕਸਪਾਇਰ ਹੋਣ ਨੂੰ, ਸਿਰਫ 2 ਹਫ਼ਤੇ ਪਏ ਸੀ। ਬਟ ਇਹਦੇ ਅੰਦਰ ਇਹ ਇਦਾਂ ਦਾ ਵੀ ਮੈਂ ਕੇਸ ਦੇਖੇ ਹੈਗੇ ਜਿੱਥੇ ਵੀਜ਼ਾ ਆਫਿਸਰ ਨੂੰ ਅਗਰ ਲੱਗੇ, ਉਹ ਤੁਹਾਡੇ ਤੋਂ ਕਹਿ ਵੀ ਸਕਦਾ ਕਿ ਸਬਮਿਟ ਦ ਨਿਊ ਆਇਲਸ, ਮੈਂ ਤੁਹਾਡਾ ਵੇਟ ਕਰ ਰਿਹਾ, ਮੈਂ ਤੁਹਾਨੂੰ ਥੋੜਾ ਟਾਈਮ ਦੇ ਰਿਹਾ, ਮੰਥ ਜਾਂ 2 ਮਹੀਨੇ, ਜੋ ਵੀ ਉਹਨਾਂ ਨੇ ਦੇਣਾ ਹੁੰਦਾ, ਜੋ ਉਹਨਾਂ ਦੀ ਪਾਲਿਸੀ ਦੇ ਹਿਸਾਬ ਨਾਲ ਹੈ, ਉਹ ਤੁਹਾਨੂੰ ਟਾਈਮ ਵੀ ਦੇ ਸਕਦੇ ਅਗਰ ਉਹਨਾਂ ਨੂੰ ਲੱਗ ਰਿਹਾ। ਸੋ ਪੁਆਇੰਟ ਇਹ ਹੈ ਕਿ ਦੇ ਆਰ ਵੈਰੀ ਪ੍ਰੈਕਟੀਕਲ। ਮੈਂ ਤੁਹਾਨੂੰ ਦੱਸਿਆ ਨਾ, ਦੇ ਹੈਵ ਅ ਹਿਊਮਨ ਟੱਚ। ਇਹ ਐਮਬੈਸੀ ਦੀ ਕੈਨੇਡਾ ਦੀ ਖਾਸੀਅਤ ਇਹ ਬੜੇ ਵਾਰਮ ਲੋਕ ਹੈ, ਬੜੇ ਪਿਆਰ ਨਾਲ ਸਮਝਣ ਵਾਲੇ ਲੋਕ ਹੈਗੇ ਆ ਔਰ ਦੁਨੀਆ ਦਾ ਸਭ ਤੋਂ ਵਾਰਮ ਕੰਟਰੀ ਇਹਦਾ ਅਵਾਰਡ ਵੀ ਕੈਨੇਡਾ ਵੱਲ ਜਾਂਦਾ ਹੈਗਾ। ਕਈ ਜਣੇ ਕਹਿੰਦੇ ਕਿ ਕੀ ਮੇਰੀ ਕਾਫੀ ਏਜ ਹੈ, I am around 32 or 34. Can I apply a visa for Canada? If you have a genuine reasons, definitely, why not? Why not you can apply at whatever age you can study. There's no limitation to the age, provided you should give a reason to it. ਸੋ ਮੇਰੇ ਕੋਲ ਜਿੰਨੀ ਨੌਲੇਜ ਹੈਗੀ ਸੀ, ਮੈਂ ਤੁਹਾਡੇ ਨਾਲ ਸਾਰਿਆਂ ਨਾਲ ਇਹ ਸ਼ੇਅਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ ਹੈ। ਔਰ AIP ਜਿੱਦਾਂ ਮੈਂ ਤੁਹਾਨੂੰ ਦੱਸਿਆ 2 ਸਟੇਜਸ ਦੇ ਅੰਦਰ ਆਇਆ। ਟੈਕਨੀਕਲੀ ਦੇਖਿਆ ਜਾਏ ਸਟੇਜ 1 ਤੋਂ ਆਟੋਮੈਟਿਕਲੀ 99% ਤੁਹਾਡਾ ਵੀਜ਼ਾ ਆ ਗਿਆ। ਸਟੇਜ 2 ਇੱਕ ਫਾਰਮੈਲਿਟੀ ਹੈ ਕਿਉਂਕਿ ਹਾਲੇ ਕੁਝ ਫੈਸਿਲਿਟੀਜ਼ ਖੁੱਲੀਆਂ ਨਹੀਂ ਹੈਗੀਆਂ। ਐਂਡ
डेफिनेटली आई लव टू सी यू ऑल। अगर ਤੁਹਾਨੂੰ ਹੋਰ ਵੀ ਕੋਈ ਵੀ ਕੁਐਸਚਨਸ ਆਣ ਥੱਲੇ ਦਿੱਤੇ ਹੋਏ ਨੰਬਰ ਤੇ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਹੋ, ਔਰ ਤੁਸੀਂ ਮੇਰੇ ਨਾਲ ਪਰਸਨਲੀ ਗੱਲ ਕਦੀ ਵੀ ਕਰਨੀ ਹੋਏ ਕਿਸੇ ਵੀ ਕੁਐਸਚਨ ਦੇ ਬਾਰੇ, ਤੁਹਾਨੂੰ ਕੋਈ ਵੀ ਮੁੱਦਾ ਲੱਗ ਰਿਹਾ ਹੋਵੇ, ਯੂ ਕੈਨ ਟਾਕ ਟੂ ਮੀ ਔਨ ਮਾਈ ਨੰਬਰ 9876001006. So I repeat it again, it's 9876001006. So thank you so much for listening and taking care of please take care of yourself, and we hope to see you soon. Bye bye.